अंगद गुरु अमरदास पदबंद। रामदास अर्जन गुरु बार श्री हर गोबिंद। हरि राय कृष्ण माणक भगत विराग। गुरु ग्रंथ साहिब उधद बंदों कर अनुराग। श्री गुर शब्द कमाए जिन जीते पंच विकार। तिन संतन को वंदना सिर चरणन पर तार। एक अंकारा सतगुरु तेह प्रसाद सच होए। वाहिगुरु जी की फतेह विघ्न विनाशन सोए। वाहिगुरु जी की फतेह विघ्न विनाशन सोए। सतनाम श्री वाहिगुरु साहिब जी दोहरा। ब्रह्म ज्ञान जिनके हृदय जान्यो सहज स्वरूप। तिनके पद पर बंदना उचरों कथा अनूप। ब्रह्म ज्ञान जिनके हृदय जान्यो सहज स्वरूप। वाहिगुरु जी का खालसा वाहिगुरु जी की फतेह। भगत पावन भगत वशल कृपा देख जाने जुगो जुग अटल। दसाही पातशाहियां दी जागदी जोत धन धन सतगुरु ग्रंथ साहिब महाराज जी दी पावन पवित्र हजूरी विच सतगुरु कलगीधर गरीब नवाज जी की चलाई हुई दमदमी टकसाल दे महापुरख श्रीमान संत बाबा ठाकुर सिंह साहिब जी खालसा पिंडरां वाले दे यादगारी अस्थान गुरुद्वारा अकाल दरबार गुरमत विद्याला दमदमी टकसाल सदरवाला विखे सतगुरु जी की कृपा नाल जो गोरे इतिहास की लड़ीवार कथा चल रही है। आओ कुछ समय वास्ते पावन कथा होवेगी सुन करके लाह खटिए। पिछले प्रसंगां विच आप संगतां ने सरवण कीता धन गुरु नानक देव महाराज जी दुनिया नूं तारदे होए सो एक पंडित का उधार करके जो पखंड कर रहा सी सिर अगे गए। मिंट गुमरी जिले दे सतघरा नगर दे विच सतगुरु जी जाके एक शाहूकार की दुकान के सामने बैठे हैं। काफ़ी समा बैठिया नूं हो गया पर शाहूकार ने कोई ध्यान ना दिता। नौकर चाकर उहदे काम कर रहे आ वो बैठा माया गिन रहा है। भाई मरदाना जी ने जानिया कि यह बहुत ही शाहूकार सुखी है।
ਸਤਿਗੁਰੂ ਜੀ ਨੂੰ ਕਹਿਣ ਲੱਗਾ, ਮਹਾਰਾਜ ਇਹਨੇ ਕਿਹੜੇ ਪੁੰਨ ਕੀਤੇ ਆ, ਬਹੁਤ ਹੀ ਸੁਖੀ ਜਾਪਦਾ ਹੈ, ਇਹਨੂੰ ਕੋਈ ਪੁੰਨ ਦਾਨ ਕਰਨ ਦਾ ਵੀ ਖਿਆਲ ਨਹੀਂ ਆਇਆ। ਆਪ ਜੀ ਕਦੋਂ ਦੇ ਆ ਕੇ ਇੱਥੇ ਬੈਠੇ ਹੋ, ਇਹਨੇ ਕੋਈ ਸੇਵਾ ਨਹੀਂ ਕੀਤੀ, ਕੋਈ ਆ ਕੇ ਨਮਸਕਾਰ ਨਹੀਂ ਕੀਤੀ। ਸਾਨੂੰ ਗੁਰੂ ਗਰੀਬ ਨਿਵਾਸ ਜੀ ਕਹਿਣ ਲੱਗੇ, ਇੱਕ ਪਰਮੇਸ਼ਰ ਦੇ ਨਾਮ ਤੋਂ ਬਿਨਾਂ ਸਾਰੇ ਦੁਖੀ ਹਨ, ਭਾਵੇਂ ਸਾਰੀ ਸ੍ਰਿਸ਼ਟੀ ਦਾ ਰਾਜਾ ਕਿਉਂ ਨਾ ਬਣ ਜਾਏ, ਉਹ ਵੀ ਦੁਖੀ ਰਹਿੰਦਾ ਹੈ। ਜਾ ਕੇ ਉਹਨੂੰ ਪੁੱਛ ਲਾ। ਜਾ ਕੇ ਪੁੱਛਿਆ, ਕਹਿਣ ਲੱਗਾ, ਜੀ ਮੈਂ ਸੰਤ ਜੀ ਇੰਨਾ ਦੁਖੀ ਹਾਂ ਕਿ ਸਾਰੀ ਦੁਨੀਆ ਦੇ ਦੁੱਖ ਇੱਕ ਪੱਲੇ 'ਚ ਪਾ ਲਏ ਜਾਣ ਤੇ ਮੇਰਾ ਇਕੱਲੇ ਦਾ ਦੁੱਖ ਇੰਨਾ ਭਾਰੀ ਹੈ ਕਿ ਉਹਦੇ ਨਾਲੋਂ ਜ਼ਿਆਦਾ ਹੈ। ਸਤਿਗੁਰੂ ਗਰੀਬ ਨਿਵਾਸ ਜੀ ਦੀ ਉਸ ਵੇਲੇ ਭਾਈ ਮਰਦਾਨਾ ਜੀ ਨੇ ਬਚਨ ਕੀਤੇ ਕਿ ਜੇ ਤੂੰ ਦੁਖੀ ਆ ਤੇ ਦੁਖੀਆਂ ਦੇ ਦੁੱਖ ਦੂਰ ਕਰਨ ਵਾਲੇ ਸਤਿਗੁਰੂ ਜੀ ਆਏ, ਆ ਕੇ ਉਹਨਾਂ ਦੇ ਅੱਗੇ ਸੋ ਸਿਰ ਝੁਕਾ ਆਇਆ, ਸਤਿਗੁਰੂ ਜੀ ਨੂੰ ਨਮਸਕਾਰ ਕੀਤੀ, ਆਪਣਾ ਦੁੱਖ ਦੱਸਿਆ। ਸਾਨੂੰ ਗੁਰੂ ਗਰੀਬ ਨਿਵਾਸ ਜੀ ਨੇ ਵਚਨ ਕੀਤੇ ਕਿ ਤੂੰ ਇਕੱਲਾ ਹੀ ਨਹੀਂ ਦੁਖੀ, ਦੁਨੀਆ ਦੇ ਵਿੱਚ ਸਾਰੇ ਹੀ ਪਰਮੇਸ਼ਰ ਦੇ ਨਾਮ ਤੋਂ ਬਿਨਾਂ ਦੁਖੀ ਗਏ ਆ। ਆਮ ਜੀਵਾਂ ਦੀ ਤਾਂ ਕੀ ਗੱਲ, ਵੇਖੋ ਵੱਡੇ ਵੱਡੇ ਸਮਰੱਥ ਕਹਾਉਣ ਵਾਲਿਆਂ ਦੀ ਤੈਨੂੰ ਉਦਾਹਰਨਾਂ ਦਿੰਦੇ ਆ। ਸੋ ਆਪਾਂ ਪਿੱਛੇ ਸਰਵਣ ਕੀਤਾ, ਸੰਸਰਦਾਨ ਦੇ ਇੰਦਰ ਰੋਆਇਆ, ਸਵਰਗਾਂ ਦਾ ਰਾਜਾ ਜੋ ਜਿਸ ਦੀਆਂ ਸੱਚੀ ਜੋ ਘਰ ਵਾਲੀ ਹੈ ਅਤੇ ਜੋ ਕਾਮਦੇਵ ਦੀ ਘਰ ਵਾਲੀ ਰਤੀ ਨੂੰ ਵੀ ਉਹ ਮਾਤ ਪਾਉਂਦੀ ਆ। ਇਸੇ ਤਰ੍ਹਾਂ ਉਸ ਤੋਂ ਇਲਾਵਾ ਹੋਰ ਚੜ੍ਹਦੇ ਰੂਪ ਵਾਲੀਆਂ ਉਹਦੇ ਘਰ ਅਨੇਕਾਂ ਹੀ ਉਹਦੇ ਕੋਲ ਅਪਸਰਾ ਹਨ। ਫਿਰ ਵੀ ਉਹਨੇ ਰਿਖੀਆਂ ਦੇ ਘਰ ਜਾ ਕਰਕੇ ਸੋ ਰਿਖੀ ਦੇ ਘਰ ਤੱਕਿਆ ਤੇ 1000 ਭਗਾਂ ਦਾ ਸ਼ਰਾਬ ਲੈ ਕਰਕੇ ਕੋੜੀ ਹੋ ਗਿਆ। ਇਸ ਤਰ੍ਹਾਂ ਦੀ ਹਾਲਤ ਹੋਈ। ਹੋਰ ਪਰਸ਼ੁਰਾਮ ਜੋ ਸਮਰੱਥ ਸੀ, ਅਨੇਕਾਂ ਦੀਆਂ ਉਦਾਹਰਣਾਂ ਦਿੱਤੀਆਂ। ਅੱਜ ਜਿਵੇਂ ਉਸੇ ਪ੍ਰਸੰਗ ਦੇ ਤਹਿਤ ਕਵੀ ਜੀ ਇਸ ਸ਼ਬਦ ਦੀ ਵਿਸਥਾਰ ਆਪਣੀ ਕਵਿਤਾ ਦੇ ਵਿੱਚ ਵਿਆਖਿਆ ਕਰ ਰਹੇ ਹਨ। ਆਓ ਸਰਵਣ ਕਰੀਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਬ੍ਰਹਮ ਗਿਆਨ ਜਿਨ ਕੇ ਹਿਰਦੈ, ਜਾਣਿਓ ਸਹਿਜ ਸਰੂਪ। ਸੋ ਇਹ ਅਗਲਾ ਅਧਿਆਇ ਪ੍ਰਾਰੰਭ ਕਰਨ ਤੋਂ ਪਹਿਲਾਂ ਕਵੀ ਜੀ ਮੰਗਲ ਕਰਦੇ ਹਨ ਬ੍ਰਹਮ ਗਿਆਨੀ ਮਹਾਂਪੁਰਖਾਂ ਦਾ। ਕਹਿੰਦਾ ਜਿਨ੍ਹਾਂ ਦੇ ਹਿਰਦੇ ਵਿੱਚ ਬ੍ਰਹਮ ਗਿਆਨ ਦ੍ਰਿੜ ਹੈ ਔਰ ਸਹਿਜ ਸਰੂਪ ਪਰਮਾਤਮਾ ਨੂੰ ਜਾਣ ਲਿਆ ਹੈ। ਦਿਨ ਕੇ ਪਦ ਪਰ ਬੰਦਨਾ, ਉਚਰੋਂ ਕਥਾ ਅਨੂਪ। ਤੇਰਾ ਮਹਾਤਮਾ ਜਨਾਂ ਦੇ ਚਰਨਾਂ ਕਮਲਾਂ ਤੇ ਨਮਸਕਾਰ ਕਰਕੇ ਉਪਮਾ ਤੋਂ ਰਹਿਤ ਸਤਿਗੁਰੂ ਜੀ ਦੀ ਇਹ ਕਥਾ ਉਚਾਰਦਾ ਹਾਂ। ਜਾਓ ਬਈ ਸ੍ਰੀ ਅੰਗਦ ਸੁਣ ਅਗਲ ਪ੍ਰਸੰਗਾ। ਸੋ ਕਵੀ ਰਾਜ ਭਾਈ ਸੰਤੋਖ ਸਿੰਘ ਜੀ ਚੂੜਾਮਨ ਕਵੀ ਜੀ ਨੇ ਇਹ ਕਥਾ ਭਾਈ ਬਾਲਾ ਜੀ ਦੇ ਮੁਖ ਤੋਂ ਉਚਾਰੀ ਹੈ। ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਨੂੰ ਸੁਣਾਈ ਹੈ। ਸ੍ਰੀ ਖਡੂਰ ਸਾਹਿਬ ਵਿਖੇ ਭਾਈ ਬਾਲਾ ਜੀ ਕਹਿੰਦੇ, ਸ੍ਰੀ ਅੰਗਦ ਦੇਵ ਮਹਾਰਾਜ ਜੀ, ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ, ਸੁਣੋ ਅਗਲਾ ਪ੍ਰਸੰਗ। ਗੁਰੂ ਕਹਿਣ ਲਗ ਪੁਣ ਤਿਹ ਸੰਗਾ। ਸੋ ਹੁਣ ਇਹ ਕਥਾ ਭਾਈ ਬਾਲਾ ਜੀ ਨੇ, ਭਾਈ ਸੋ ਸੰਤੋਖ ਸਿੰਘ ਸਾਹਿਬ ਜੀ ਨੇ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਉਕਤ ਉਚਾਰਨ ਕੀਤੀ ਹੈ। ਭਾਈ ਮਰਦਾਨਾ ਜੀ ਨੂੰ ਸੁਣਾਈ। ਸਤਿਗੁਰੂ ਕਹਿਣ ਲੱਗੇ, ਜਨਮੇਜੇ ਕੀ ਸੁਣੋ ਕਹਾਣੀ। ਜਨਮੇਜੇ ਦੀ ਕਹਾਣੀ ਸੁਣੋ। ਇਸ ਸ਼ਬਦ ਦੇ ਵਿੱਚ ਜੋ ਸਤਿਗੁਰੂ ਜੀ ਨੇ ਉਚਾਰਿਆ ਸੀ ਨਾ, ਸਹੰਸਰਦਾਨ ਦੇ ਇੰਦਰ ਰੋਆਇਆ, ਇਸ ਵਿੱਚ ਜਨਮੇਜੇ ਦਾ ਜ਼ਿਕਰ ਆਇਆ। ਰੋਗਾ ਜਨਮੇਜਾ ਖੋਏ ਗਿਆ, ਇੱਕ ਹੀ ਕਾਰਨ ਪਾਪੀ ਭਇਆ। ਜਨਮੇਜੇ ਨੂੰ ਵੀ ਰੋਣਾ ਪਿਆ, ਉਹ ਫੁੱਸ ਗਿਆ।
ਇੱਕ ਕਾਰਨ ਨਹੀਂ, ਇੱਕ ਆਪਣੇ ਗੁਰੂ ਦੀ ਗੱਲ ਨਾ ਮੰਨਣ ਕਰਕੇ ਉਹ ਪਾਪੀ ਹੋ ਗਿਆ, ਕੋੜੀ ਹੋ ਕੇ ਮਰਿਆ ਸੀ। ਉਹ ਕਹਾਣੀ ਸੁਣੋ ਹੁਣ। ਜਿਉ ਦੁਖ ਪਾਇਓ ਤਿਹ ਸਭ ਜਾਨੀ। ਜਿਸ ਪ੍ਰਕਾਰ ਰਾਜੇ ਜਨਮੇਜੇ ਨੇ ਦੁੱਖ ਪਾਇਆ ਸੀ, ਸਭ ਕੁਝ ਜਾਣਦਿਆਂ ਹੋਇਆ, ਉਹ ਸੁਣਨਾ ਕਰੋ। ਵੇਦ ਬਿਆਸ ਇੱਕ ਬਾਸੁਰ ਮਾਹੀ। ਕਹਿਣ ਲੱਗੇ ਇੱਕ ਦਿਨ ਵੇਦ ਵਿਆਸ ਜੋ ਰਿਖੀ ਜੀ ਹਨ, ਬੈਠਿਓ ਤੋ ਨ੍ਰਿਪਤ ਕੇ ਪਾਹੀ। ਰਾਜੇ ਜਨਮੇਜੇ ਦੇ ਪਾਸ ਬੈਠੇ ਸਨ। ਆਪਣੇ ਪਿਤਰਨ ਕੀ ਦੁਖ ਗਾਥਾ। ਉਸ ਵੇਲੇ ਆਪਣੇ ਵਡੇਰਿਆਂ ਦੀ ਜੋ ਦੁੱਖ ਦੀ ਕਹਾਣੀ ਹੈ, ਬੂਝਣ ਲਗਾ ਤਾਹੇ ਕੇ ਸਾਥਾ। ਰਿਖੀ ਵਿਆਸ ਜੀ ਨੂੰ ਜਨਮੇਜੇ ਨੇ ਪੁੱਛਿਆ ਹੈ, ਧਰਮਜ ਜਬਹਿ ਜੂਪ ਕੋ ਖੇਲਾ। ਕਿ ਧਰਮ ਪੁੱਤਰ ਯੁਧਿਸ਼ਟਰ ਨੇ ਜਦੋਂ ਜੂਆ ਖੇਲਿਆ ਸੀ, ਜਿਹ ਤੇ ਬੀਤਿਓ ਕਾਲ ਦੁਹੇਲਾ। ਜਿਸ ਕਰਕੇ ਇਹ ਸਾਰਾ ਦੁਖਦਾਈ ਸਮਾਂ ਬਤੀਤ ਹੋਇਆ ਹੈ, ਕਿਨਹੂ ਵਰਜਨਾ ਤਿਹ ਕੋ ਕੀਨੋ। ਪੁੱਛਦਾ ਹੈ ਕਿ ਧਰਮ ਰਾਜੇ ਨੂੰ, ਜੋ ਧਰਮਜ ਪੁੱਤਰ ਨੂੰ, ਸੋ ਧਰਮ ਪੁੱਤਰ ਯੁਧਿਸ਼ਟਰ ਨੂੰ ਕਿਸੇ ਨੇ ਰੋਕਣਾ ਨਹੀਂ ਕੀਤਾ। ਗਾਹਿਓ ਕੁਕਰਮ ਜੋ ਧਰਮ ਪਰਬੀਨੋ। ਜੋ ਧਰਮ ਵਿੱਚ ਬੜਾ ਸਿਆਣਾ ਸੀ, ਉਹਨੇ ਇਹ ਕੁਕਰਮ ਕਿਉਂ ਕੀਤਾ। ਸ਼ੁਭ ਸੁਭਾਏ ਸਤਵਾਦੀ ਸੋਈ। ਜੋ ਸ੍ਰੇਸ਼ਟ ਸੁਭਾਅ ਵਾਲਾ ਤੇ ਸਤਵਾਦੀ ਸੀ, ਐਸੀ ਬੁੱਧ ਕਾਸ ਤੇ ਹੋਈ। ਇਹੋ ਜਿਹੀ ਬੁੱਧੀ ਉਹਦੀ ਕਿਸ ਕਾਰਨ ਹੋਈ ਹੈ। ਬਣੈ ਬਿਆਸ ਜਨਮੇਜਾ ਸੁਣੀਏ। ਅਗੋ ਵਿਆਸ ਰਿਖੀ ਜੀ ਕਹਿਣ ਲੱਗੇ, ਹੈ ਜਨਮੇਜਾ ਸੁਣਨਾ ਕਰ। ਈਸ਼ਵਰ ਨੀਤ ਅਵਸ਼ ਹੋਇ ਗੁਣੀਏ। ਈਸ਼ਰ ਦੀ ਜੋ ਗਤੀ ਹੈ ਨਾ, ਈਸ਼ਰ ਦੀ ਜੋ ਨੇਤ ਹੈ ਹੋਣਹਾਰ, ਉਹ ਸਦਾ ਅਵਸ਼ ਹੁੰਦੀ ਹੈ। ਦੋਹਰਾ ਕੋਟ ਉਪਾਵਨ ਕੋ ਕਰੈ। ਭਾਵੇਂ ਕੋਈ ਕਰੋੜਾਂ ਯਤਨ ਕਿਉਂ ਨਾ ਕਰੇ। ਕੈਸ਼ੋ ਸਿਆਣਾ ਹੋਏ। ਕੋਈ ਕਿੰਨਾ ਵੀ ਸਿਆਣਾ ਕਿਉਂ ਨਾ ਹੋਵੇ। ਤਾਰੀ ਟਰਤ ਨਾ ਕਿਸੂ ਤੇ। ਪਰ ਹੋਣਹਾਰ ਕਿਸੇ ਦੇ ਕੋਲੋਂ ਵੀ ਟਾਲਿਆਂ ਟਲਦੀ ਨਹੀਂ ਹੈ। ਹੋਣਹਾਰ ਸੋ ਹੋਏ। ਜੋ ਹੋਣਹਾਰ ਹੈ ਹੋ ਕੇ ਹੀ ਰਹਿੰਦੀ ਹੈ। ਜੋ ਬਈ ਕਹਿ ਜਨਮੇਜਾ ਸੁਣ ਮੁਨ ਰਾਈ। ਇਸ ਸਮੇਂ ਜਨਮੇਜਾ ਰਾਜਾ ਕਹਿਣ ਲੱਗਾ, ਹੈ ਰਿਖੀ ਜੀ ਸੁਣਨਾ ਕਰੋ। ਆਗੇ ਸੁਤ ਕੋ ਦੇਹ ਬਤਾਈ। ਜੇ ਅੱਗੇ ਹੀ ਖਬਰ ਹੋਵੇ, ਪਹਿਲਾਂ ਨੂੰ ਕੋਈ ਦੱਸ ਦੇਵੇ, ਹੋਣਹਾਰ ਹੋਵੇ ਤਬ ਕੈਸੇ। ਤਾਂ ਹੋਣਹਾਰ ਕਿਸ ਪ੍ਰਕਾਰ ਹੋ ਸਕਦੀ ਹੈ। ਅਣਜਾਣਤ ਹੋਵੇ ਜੈਸੇ ਤੈਸੇ। ਅੱਜ ਨੂੰ ਪਤਾ ਨਹੀਂ ਅਣਜਾਣ ਹੈ, ਉਹ ਜਿਵੇਂ ਕਿਵੇਂ ਵੀ ਉੱਥੇ ਵਰਤ ਸਕਦਾ ਵਰਤਾਰਾ। ਬਿਆਸ ਕਹੈ ਤੁਮਰੀ ਸੁਧ ਜੋ। ਇਹ ਸੁਣ ਕਰਕੇ ਜਦੋਂ ਇਹਨੇ ਜਨਮੇਜੇ ਨੇ ਜਿੱਦ ਕੀਤੀ, ਕਹਿਣ ਲੱਗਾ ਕਿ ਨਹੀਂ, ਹੋਣਹਾਰ ਜੇ ਪਹਿਲਾਂ ਹੀ ਪਤਾ ਲੱਗ ਜੇ ਫੇਰ ਨਹੀਂ ਵਰਤ ਸਕਦੀ। ਤਾਂ ਉਸ ਵੇਲੇ ਬਿਆਸ ਰਿਖੀ ਕਹਿਣ ਲੱਗੇ, ਬਿਆਸ ਕਹੈ ਤੁਮਰੀ ਸੁਧ ਜੋ। ਕਿ ਜੋ ਤੇਰੀ ਹੋਣਹਾਰ ਹੈ ਨਾ, ਖਬਰ ਤੈਨੂੰ ਪੂਰਬ ਕਹੋ ਲਿਹੋ ਸੁਣ ਸੋ। ਉਹ ਤੈਨੂੰ ਪਹਿਲਾਂ ਹੀ ਦੱਸਦੇ ਹਾਂ, ਉਹ ਸੁਣ ਲੈਣਾ ਕਰ। ਏਕ ਤੁਰੰਗਣ ਤੁਮ ਟਿਗ ਆਵੈ। ਇੱਕ ਘੋੜੀ ਤੇਰੇ ਪਾਸ ਆਵੇਗੀ। ਲਿਹੋ ਮੂਲ ਨਿਜ ਧਾਮ ਰਖਾਵੈ। ਤੇ ਤੂੰ ਮੁੱਲ ਲੈ ਕੇ ਉਹਨੂੰ ਆਪਣੇ ਘਰ ਰੱਖੇਗਾ। ਵੈ ਅਰੂੜ ਬਣ ਜਾਹੇ ਅਖੀਰਾ। ਔਰ ਉਸ ਤੇ ਅਸਵਾਰੀ ਕਰਕੇ ਤੂੰ ਜੰਗਲ ਵਿੱਚ ਸ਼ਿਕਾਰ ਖੇਡਣ ਜਾਵੇਂਗਾ। ਦੱਖਣ ਦਿਸ਼ਾ ਕਰੈ ਨਿਜ ਫੇਰਾ। ਦੱਖਣ ਦਿਸ਼ਾ ਨੂੰ ਜਾਵੇਂਗਾ ਸ਼ਿਕਾਰ ਖੇਡਣ। ਅਦਕ ਸ਼ਰਮ ਪਾਵਹਿ ਤਿਸ ਬੇਰਾ। ਉਸ ਵੇਲੇ ਬਹੁਤ ਹੀ ਥਕਾਵਟ ਪ੍ਰਾਪਤ ਕਰੇਗਾ। ਤਟ ਸਰਵਰ ਤੂੰ ਕਰਹਿ ਡੇਰਾ। ਔਰ ਥੱਕ ਕਰਕੇ ਕਿਸੇ ਸਰੋਵਰ ਦੇ ਤਲਾਅ ਦੇ ਕਿਨਾਰੇ ਤੂੰ ਆਪਣਾ ਡੇਰਾ ਕਰੇਗਾ। ਦੋਹਰਾ ਇਕਲੋ ਬਣ ਮਹਿ ਸੋਵਈ।
ਕੱਲਾ ਹੀ ਉੱਥੇ ਜੰਗਲ ਵਿੱਚ ਸੌ ਜਾਵੇਂਗਾ ਸਰਵਰ ਨਿਕਸ ਤੁਰੰਗ। ਅਤੇ ਉਸ ਤਲਾਬ ਦੇ ਵਿੱਚੋਂ ਘੋੜਾ ਨਿਕਲ ਕਰਕੇ ਤੁਮ ਟਿਕ ਜੋ ਹੋਵੇ ਬਾਜਨੀ। ਜੋ ਤੇਰੇ ਕੋਲ ਘੋੜੀ ਸੀ ਉਹ ਦਰਖਤ ਨਾਲ ਬੰਨ ਕੇ ਜੋ ਤੂੰ ਹੋਵੇਂ ਰੱਖੀ ਹੋਵੇਗੀ, ਕੇਲ ਕਰੈ ਤਿਹ ਸੰਗ। ਘੋੜਾ ਤਲਾਬ ਵਿੱਚੋਂ ਨਿਕਲ ਕੇ ਉਹਦੇ ਨਾਲ ਮਿਲੇਗਾ। ਜੋ ਪਈ ਗਰਭ ਰਹਿ ਤਿਹ ਦੇਹ ਬਸ਼ੇਰਾ। ਸੋ ਉਸ ਘੋੜੇ ਦੇ ਮਿਲਾਪ ਤੋਂ ਉਸ ਘੋੜੀ ਨੂੰ ਗਰਭ ਰਹਿ ਜਾਏਗਾ ਔਰ ਵਿਛੇਰਾ ਦੇਵੇਗੀ। ਸ਼ਿਆਮ ਕਰਨ ਚੰਦਰ ਦੁਤ ਹੇਰਾ। ਕਾਲੇ ਕੰਨਾਂ ਵਾਲਾ ਬਹੁਤ ਹੀ ਵਧੀਆ ਚੰਦਰਮੇ ਦੀ ਸ਼ੋਭਾ ਵਾਲਾ। ਦੇਹ ਸੋ ਤਬ ਹੀ ਜਗ ਰਚਾਵਹਿ। ਉਸ ਵਿਛੇਰੇ ਦੇ ਕਰਕੇ ਤੂੰ ਜਗ ਰਚੇਂਗਾ। ਬਹੁਤ ਵਿਪਰ ਤੁਮਰੇ ਟਿਗ ਆਵਹਿ। ਅਤੇ ਜਗ ਦੇ ਵਿੱਚ ਬਹੁਤ ਸਾਰੇ ਬ੍ਰਾਹਮਣ ਤੇਰੇ ਪਾਸ ਆਉਣਗੇ। ਤਹਾਂ ਬਿਗਨ ਕੋ ਹੋਵਹਿ ਐਸਾ। ਉੱਥੇ ਕੋਈ ਇਹੋ ਜਿਹਾ ਵਿਘਨ ਪਵੇਗਾ ਮਹਾ ਪਾਪ ਲਾਗਹਿ ਤੁਝ ਜੈਸਾ। ਜਿਸ ਕਾਰਨ ਤੈਨੂੰ ਬਹੁਤ ਵੱਡਾ ਪਾਪ ਲੱਗੇਗਾ। ਹੋਏ ਬੜੋ ਦੁਖ ਭਾਰਤ ਸੁਣਈ। ਬਹੁਤ ਦੁੱਖ ਤੈਨੂੰ ਵਿਆਪੇਗਾ ਜਿਸ ਕਰਕੇ ਮਹਾਭਾਰਤ ਸੁਣੇਗਾ। ਕਿਸੂ ਥਾਵ ਤੂੰ ਬਚਨ ਨ ਮਣਈ। ਮਹਾਭਾਰਤ ਸੁਣਦਿਆਂ ਹੋਇਆ ਕਿਸੇ ਥਾਂ ਤੇ ਤੂੰ ਇੱਕ ਬਚਨ ਨਹੀਂ ਮੰਨੇਗਾ। ਦੁਖ ਕੁਛ ਰਹਿ ਪ੍ਰਾਣ ਹੱਥ ਸੋਈ। ਜਿਸ ਕਾਰਨ ਤੈਨੂੰ ਕੁਝ ਕਸ਼ਟ ਰਹਿ ਜਾਏਗਾ ਤੇ ਤੇਰੇ ਪ੍ਰਾਣ ਨਾਸ਼ ਹੋਣਗੇ। ਅਬ ਮੈਂ ਪ੍ਰਗਟ ਕਹੀ ਸਭ ਸੋਈ। ਜਾ ਜਨਮੇਜੇ ਹੁਣ ਤੈਨੂੰ ਇਹ ਸਾਰੀ ਪ੍ਰਗਟ ਤੇਰੀ ਹੋਣਹਾਰ ਦੱਸ ਦਿੱਤੀ ਹੈ। ਪੂਰਬ ਸੁਧ ਤੁਝ ਦੀਨ ਜਨਾਈ। ਜਾ ਪਹਿਲਾਂ ਹੀ ਤੈਨੂੰ ਖਬਰ ਦੇ ਦਿੱਤੀ ਹੈ, ਤੈਨੂੰ ਜਣਾ ਦਿੱਤੀ ਹੈ। ਨਹਿ ਕਰੀਏ ਰੱਖੋ ਚੁਕਸਾਈ। ਜਾ ਹੁਣ ਸਾਵਧਾਨੀ ਰੱਖ, ਇਹ ਤੇਰੀ ਹੋਣਹਾਰ ਨਾ ਹੋਏ, ਸਾਵਧਾਨੀ ਰੱਖੀ। ਦੋਹਰਾ ਸੁਣ ਨਰੇਸ਼ ਬਿਸਮੈ ਭਇਓ। ਬਣਜ ਤਿਆਗ ਦੇ ਆਵਾਜ਼। ਰੇਖੀ ਤੋਂ ਇਹ ਸੁਣ ਕਰਕੇ ਸੋ ਰਾਜਾ ਬਹੁਤ ਹੀ ਹੈਰਾਨ ਹੋਇਆ ਤੇ ਇਹਨੇ ਘੋੜੇ ਖਰੀਦਣੇ ਛੱਡ ਦਿੱਤੇ ਆ। ਕਾਰਨ ਕੇ ਨਿਰਮੂਲ ਤੇ ਕੈਸੇ ਹੋਏ ਕਾਜ। ਕਿਉਂਕਿ ਮਨ ਵਿੱਚ ਇਹ ਜਾਣਿਆ ਕਿ ਜੇ ਕਾਰਨ ਨਹੀਂ ਹੋਵੇਗਾ ਤੇ ਉਤੋਂ ਫਿਰ ਉਹਦਾ ਕਾਰਜ ਕਿਵੇਂ ਹੋਵੇਗਾ। ਜਿਵੇਂ ਮੋਢੀ ਨਹੀਂ ਹੋਵੇਗਾ ਤੇ ਉੱਪਰ ਸਾਖਾ ਕਿਵੇਂ ਹੋਣਗੀਆਂ। ਇਸ ਕਰਕੇ ਜੇ ਮੈਂ ਘੋੜੇ ਹੀ ਨਹੀਂ ਖਰੀਦਾਂਗਾ ਤੇ ਘੋੜੇ ਖਰੀਦਣੇ, ਘੋੜੀਆਂ ਖਰੀਦਣੀਆਂ ਛੱਡਤੀਆਂ ਤੇ ਮੈਂ ਅੱਗੇ ਜੋ ਇਹ ਸਾਰਾ ਮੇਰੇ ਨਾਲ ਘਟਨਾ ਵਾਪਰਨੀ ਹੈ ਉਹ ਕਿਵੇਂ ਵਾਪਰੇਗੀ। ਚੌਪਈ ਜੇ ਨਹਿ ਬੋਵਹਿ ਬੀਜ ਅਗਾਰੀ। ਜੇਕਰ ਬੀਜ ਨਹੀਂ ਬੀਜਾਂਗਾ ਪਹਿਲਾਂ ਕਿਉ ਕੰਟਣ ਦੁਖ ਦੇ ਕੰਟਾਰੀ। ਤਾਂ ਜੇ ਕੰਡਿਆਲੇ ਬੀਜ ਹੀ ਨਹੀਂ ਬੀਜੇ ਤੇ ਕੰਡਿਆਲੀ ਜੋ ਹੈ ਉਹ ਕਿਵੇਂ ਕੰਡਿਆਂ ਵਾਲੀ ਦੁੱਖ ਦੇਵੇਗੀ। ਅਸ ਹਠਾ ਕਰ ਜਿੜ ਕੇਤਕ ਕਾਲਾ। ਇਸ ਤਰ੍ਹਾਂ ਹੱਠ ਕਰਕੇ ਕੁਝ ਦਿਨ ਕਰਿਓ ਬਤੀਤ ਮਹਿਤ ਭੂਪਾਲਾ। ਇਸ ਵੱਡੇ ਰਾਜੇ ਨੇ ਬਤੀਤ ਕੀਤਾ ਹੈ ਸਮਾਂ। ਸੈਨਾ ਬੀਚ ਬਾਜ ਬਿਨ ਸਾਵਹੇ। ਸੈਨਾ ਦੇ ਵਿੱਚ ਜੇ ਕੋਈ ਘੋੜਾ ਚੜਾਈ ਕਰ ਜਾਂਦਾ ਮਰ ਜਾਂਦਾ ਹੈ। ਉਨ ਖਰੀਦ ਲਹਿ ਸੰਗਰ ਲਾਵਹੇ। ਹੋਰ ਘੋੜਾ ਖਰੀਦ ਕੇ ਉਹਦੇ ਨਾਲ ਨਹੀਂ ਰਲਾਉਂਦਾ। ਭਈ ਅਲਪਤਾ ਜਬਹਿ ਤੁਰੰਗਾ। ਇਸ ਤਰ੍ਹਾਂ ਜਦੋਂ ਘੋੜਿਆਂ ਦੀ ਅਲਪਤਾ ਹੋ ਗਈ, ਭਾਵ ਥੋੜੇ ਰਹਿ ਗਏ ਹਨ, ਸਜਿਵ ਬੰਦ ਕਰ ਕਹਿਣ ਰਿਪ ਸੰਗਾ। ਤਦੋਂ ਮੰਤਰੀਆਂ ਨੇ ਹੱਥ ਜੋੜ ਕਰਕੇ ਰਾਜੇ ਦੇ ਤਾਈ ਕਹਿਣਾ ਕੀਤਾ। ਇਉ ਭੂਪਣ ਕੋ ਸਰੈ ਨ ਕਾਜਾ। ਇਹ ਰਾਜਨ ਇਸ ਪ੍ਰਕਾਰ ਰਾਜਿਆਂ ਦੇ ਕੰਮ ਨਹੀਂ ਚੱਲਦੇ। ਜਸ ਪ੍ਰਣ ਧਰਿਓ ਆਪ ਮਹਾਰਾਜਾ। ਇਹ ਮਹਾਰਾਜ ਜਿਸ ਤਰ੍ਹਾਂ ਤੁਸੀਂ ਇਹ ਪ੍ਰਣ ਧਾਰਿਆ ਹੈ, ਬਿਨ ਤੁਰੰਗ ਤੇ ਸੈਨਾ ਕੈਸੀ। ਜੇ ਘੋੜੇ ਨਹੀਂ ਤਾਂ ਸੈਨਾ ਕਿਸ ਤਰ੍ਹਾਂ ਹੋਵੇਗੀ। ਪੱਗ ਬਹੀਨ ਸਿੰਘਣ ਹੋਵੇ ਜੈਸੀ। ਇਹ ਤਾਂ ਇਸ ਤਰ੍ਹਾਂ ਹੈ ਜਿਵੇਂ ਸ਼ੇਰਨੀ ਹੋਵੇ ਪਰ ਉਹਦੇ ਪੈਰ ਨਾ ਹੋਣ। ਅਸਵ ਖਰੀਦੋ ਸੈਨਾ ਹੇਤੂ। ਇਸ ਕਰਕੇ ਜ਼ਰੂਰੀ ਹੈ ਕਿ ਸੈਨਾ ਵਾਸਤੇ ਘੋੜੇ ਖਰੀਦੋ। ਆਪ ਨਾ ਚੜ੍ਹੋ ਬਿਨੀਤ ਨਿਕੇਤੂ। ਇਹ ਨੀਤੀਵਾਨ ਵਿਸ਼ੇਸ਼ ਕਰਕੇ ਰਾਜਾ ਸੋ ਸ੍ਰੇਸ਼ਟ ਨੀਤੀਵਾਨ ਤੁਸੀਂ ਆਪ ਘੋੜਿਆਂ ਤੇ ਨਾ ਚੜਿਓ ਭਾਵੇਂ।
ਦੇਸ਼ਣ ਦੇਸ਼ ਸੁਦਾਗਰ ਆਵਹੇ। ਪਰ ਸੈਨਾ ਵਾਸਤੇ ਜ਼ਰੂਰ ਖਰੀਦੋ। ਵੇਖੋ ਦੇਸ਼ਾਂ ਵਿਦੇਸ਼ਾਂ ਤੋਂ ਸੌਦਾਗਰ ਵਪਾਰੀ ਆਉਂਦੇ ਹਨ। ਨਾਮ ਸੋ ਜਸ ਸੁਣ ਤੁਮ ਟਿਗਲ ਆਵਹੇ। ਤੁਹਾਡਾ ਨਾਮ ਤੇ ਸ੍ਰੇਸ਼ਟ ਜਸ ਸੁਣ ਕੇ ਘੋੜੇ ਲੈ ਕੇ ਤੁਹਾਡੇ ਪਾਸ ਆਉਂਦੇ ਆ। ਸੋ ਸਭ ਹੀ ਚਲ ਜਾਹੇ ਨਿਰਾਸੇ। ਜਦੋਂ ਤੁਸੀਂ ਘੋੜੇ ਨਹੀਂ ਖਰੀਦਦੇ ਤਾਂ ਉਹ ਸਾਰੇ ਨਿਰਾਸ਼ ਹੋ ਕੇ ਚਲੇ ਜਾਂਦੇ ਆ। ਨਿੰਦਹਿ ਮੁਖ ਤੇ ਹੀਨ ਹਲਾਸੇ। ਸੋ ਖੁਸ਼ੀ ਤੋਂ ਬਿਨਾਂ ਹੀ ਵਿਚਾਰੇ ਚਲੇ ਜਾਂਦੇ ਆ ਤੁਹਾਡੀ ਨਿੰਦਿਆ ਕਰਦਿਆਂ। ਸੁਣ ਮੰਤਰੀ ਕੇ ਬਚ ਰਾਜਾਨਾ। ਮੰਤਰੀ ਦੇ ਇਹ ਬਚਨ ਸੁਣ ਕਰਕੇ ਰਾਜੇ ਨੇ ਹਿਰਦੇ ਗੁਣੀ ਇਨ ਸਾਚ ਬਖਾਨਾ। ਮਨ ਵਿੱਚ ਵਿਚਾਰਿਆ ਕਿ ਇਹਨਾਂ ਨੇ ਸੱਚ ਕਿਹਾ ਹੈ। ਹਮ ਸੇ ਭੂਪ ਨ ਲੇਹ ਤੁਰੰਗਾ। ਜੇ ਮੇਰੇ ਵਰਗੇ ਰਾਜੇ ਘੋੜੇ ਨਾ ਖਰੀਦਣਗੇ ਤੋ ਇਹ ਬਣਜ ਕਰਹੇ ਕਿਸ ਸੰਗਾ। ਤਾਂ ਇਹ ਵਿਚਾਰੇ ਵਪਾਰੀ ਕਿਹਦੇ ਨਾਲ ਵਪਾਰ ਕਰਨਗੇ। ਕਹਿਓ ਬਿਆਸ ਨਹਿ ਬੜਵਾ ਲੀਜੈ। ਰਾਜੇ ਨੇ ਮਨ ਵਿੱਚ ਵਿਚਾਰਿਆ ਕਿ ਬਿਆਸ ਰਿਖੀ ਜੀ ਨੇ ਘੋੜੀ ਨਾ ਲੈਣ ਵਾਸਤੇ ਕਿਹਾ ਹੈ ਦੇਹ ਪਰ ਚੜ ਕਿਤ ਗਵਨ ਨਾ ਕੀਜੈ। ਅਤੇ ਉਹਦੇ ਤੇ ਅਸਵਾਰੀ ਕਰਕੇ ਕਿਸੇ ਪਾਸੇ ਜਾਣ ਤੋਂ ਮਨਾ ਕੀਤਾ ਹੈ। ਸੋ ਨਹਿ ਲਿਓ ਐਸ ਉਰ ਧਾਰੀ। ਮਨ ਵਿੱਚ ਵਿਚਾਰਿਆ ਕਿ ਮੈਂ ਘੋੜੀ ਨਹੀਂ ਖਰੀਦਾਂਗਾ। ਅਸਵ ਖਰੀਦਣ ਬੁੱਧ ਵਿਚਾਰੀ। ਪਰ ਘੋੜੇ ਖਰੀਦਣ ਵਾਸਤੇ ਮਨ ਵਿੱਚ ਵਿਚਾਰ ਕਰ ਲਈ। ਬਹੁਰੋ ਲੇਵਣ ਲਗਿਓ ਤੁਰੰਗਾ। ਔਰ ਇਸੇ ਤਰ੍ਹਾਂ ਫਿਰ ਘੋੜੇ ਲੈਣ ਲੱਗ ਪਿਆ ਹੈ। ਧਨ ਦੇਵ ਹਿਲੇ ਸਰਸ ਕੁਰੰਗਾ। ਧਨ ਦੇ ਕਰਕੇ ਘੋੜੇ ਜੋ ਹਿਰਨਾ ਵਰਗੇ ਘੋੜੇ ਵਧੀਆ ਘੋੜੇ ਲੈਣ ਲੱਗ ਪਿਆ। ਏਕ ਸਮੈ ਇੱਕ ਆਏ ਸੁਦਾਗਰ। ਕਾਵੀ ਜੀ ਕਹਿੰਦੇ ਇੱਕ ਵਾਰ ਇੱਕ ਸੁਦਾਗਰ ਆਇਆ ਹੈ। ਸੰਗ ਤੁਰੰਗਣ ਚਪਲ ਉਜਾਗਰ। ਉਹਦੇ ਪਾਸ ਇੱਕ ਘੋੜੀ ਸੀ ਬਹੁਤ ਹੀ ਚੰਚਲ ਪ੍ਰਗਟ ਹੀ। ਜਬ ਭੂਪਤ ਕੋ ਆਣ ਦਿਖਾਰੀ। ਉਹ ਘੋੜੀ ਲਿਆ ਕਰਕੇ ਜਿਸ ਵਾਲੇ ਰਾਜੇ ਨੂੰ ਦਿਖਾਈ ਹੈ ਰਹੇ ਰੀਜ ਨਰ ਲੱਖ ਗੁਣਵਾਰੀ। ਸਾਰੇ ਰਾਜੇ ਦੇ ਮੰਤਰੀ ਆਦਿਕ ਵੇਖ ਕਰਕੇ ਗੁਣ ਵਾਲੀ ਵੇਖ ਕੇ ਉਹਦੇ ਤੇ ਲੁਭਾਇਮਾਨ ਹੋ ਗਏ। ਰਿਪਤ ਸਮੀਪ ਕਹਿਤ ਅਸਬੈਨਾ। ਸਾਰੇ ਖੁਸ਼ ਹੋ ਗਏ ਘੋੜੀ ਵੇਖ ਕੇ। ਔਰ ਮੰਤਰੀਆਂ ਨੇ ਰਾਜੇ ਦੇ ਪਾਸ ਕਹਿਣਾ ਕੀਤਾ ਬਾਜਣ ਇਹ ਉਚਿਤ ਤੁਮ ਐਨਾ। ਕਿ ਰਾਜਨ ਇਹ ਘੋੜੀ ਤੁਹਾਡੇ ਘਰ ਵਿੱਚ ਰੱਖਣ ਦੇ ਯੋਗ ਹੈ। ਲੈ ਟਿਕ ਰਾਖੋ ਜਣਹਿ ਬਸ਼ੇਰੇ। ਇਹਨੂੰ ਲੈ ਕਰਕੇ ਆਪਣੇ ਪਾਸ ਰੱਖੋ। ਇੱਕ ਬਹੁਤ ਹੀ ਸੁੰਦਰ ਵਿਸ਼ੇਰੇ ਦੇਗੀ। ਅਤ ਸੁੰਦਰ ਗੁਣ ਜਾਸ ਕਨੇਰੇ। ਜਿਸ ਵਿੱਚ ਬਹੁਤ ਹੀ ਸੁੰਦਰ ਗੁਣ ਹਨ। ਚੜਨ ਉਚਿਤ ਸੋ ਹੋਏ ਤੁਮਾਰੇ। ਇਸ ਕਰਕੇ ਇਹ ਘੋੜੀ ਜਾਂ ਉਹਦੇ ਵਿਸ਼ੇਰੇ ਤੁਹਾਡੇ ਚੜਨ ਦੇ ਯੋਗ ਹੋਣਗੇ। ਬੜਵਾ ਪੈ ਨਾ ਚੜ੍ਹੋ ਮਨ ਧਾਰੇ। ਜੇ ਤੁਸੀਂ ਮਨ ਵਿੱਚ ਧਾਰਿਆ ਕਿ ਮੈਂ ਘੋੜੀ ਦੇ ਉੱਪਰ ਸਵਾਰੀ ਨਹੀਂ ਕਰਾਂਗਾ ਇਸ ਪ੍ਰਕਾਰ ਸੁਣ ਤਿਸ ਕੀ ਬਾਣੀ। ਤਾਂ ਤੁਸੀਂ ਵਿਸ਼ੇਰਿਆਂ ਦੀ ਸਵਾਰੀ ਕਰਿਓ। ਇਹ ਸੁਣ ਕਰਕੇ ਮੰਤਰੀਆਂ ਤੋਂ ਲਿਓ ਤੁਰੰਗਣ ਮਨ ਠਹਿਰਾਨੀ। ਰਾਜੇ ਨੇ ਮਨ ਵਿੱਚ ਵਿਚਾਰਿਆ ਕਿ ਮੈਂ ਘੋੜੀ ਖਰੀਦ ਲਵਾਂਗਾ। ਸੁੰਦਰ ਦੇਖ ਹਿਰਦਾ ਲੋਭਾਇਆ। ਸੁੰਦਰ ਘੋੜੀ ਵੇਖ ਕਰਕੇ ਰਾਜੇ ਦੇ ਮਨ ਵਿੱਚ ਇਹ ਰਾਜੇ ਦਾ ਮਨ ਲੁਭਾਇਮਾਨ ਹੋਇਆ ਹੈ। ਦਰਬ ਸੁਦਾਗਰ ਕੋ ਦੇਵਾਇਆ। ਉਸ ਵੇਲੇ ਖਜ਼ਾਨਚੀ ਤੋਂ ਰਾਜੇ ਨੇ ਵਪਾਰੀ ਨੂੰ ਧਨ ਦਿਵਾਇਆ ਹੈ। ਲੈ ਕਰ ਰਾਖੀ ਹੇਤ ਵਧਾਵਨ। ਔਰ ਘੋੜੀ ਲੈ ਕਰਕੇ ਰੱਖ ਲਈ ਹੈ ਵਾਧਾ ਕਰਨ ਵਾਸਤੇ। ਗੁਣ ਮੰਦਰ ਸੋ ਦਰਜ ਸੁਹਾਵਨ। ਇਹ ਬਹੁਤ ਹੀ ਗੁਣਾਂ ਦੀ ਮਨ ਲੋ ਘਰ ਹੈ ਔਰ ਸੌਂਦਰਜ ਬਹੁਤ ਹੀ ਸੁੰਦਰ ਸ਼ੋਭ ਰਹੀ ਹੈ। ਅਸੋ ਪਾਲ ਜੋ ਸੇਵਕ ਆਹੀ। ਘੋੜਿਆਂ ਦੇ ਜੋ ਪਾਲਕ ਨਾ ਸੇਵਕ ਘੋੜਿਆਂ ਦੇ ਚੜ ਕਰ ਫੇਰ ਹੈ ਅਤ ਜਬ ਜਾਹੀ।
ਡਾਰੀ। ਉਹ ਜਦੋਂ ਚੜ ਕੇ ਘੋੜੀ ਤੇ ਫੇਰਦੇ ਆ ਬਹੁਤ ਹੀ ਤਿੱਖੀ ਚਾਲ ਵੇਖਦੇ ਹਨ। ਕਹੇ ਆਣ ਸੋ ਭੂਪਤ ਪਾਸੂ। ਆ ਕਰਕੇ ਰਾਜੇ ਦੇ ਪਾਸ ਇੱਕ ਸਾਰਿਆਂ ਹੀ ਦੱਸਦੇ ਹਨ ਬੁਰਾ ਨਾ ਪਿਖਿਓ ਬੇਗ ਅਸ ਜਾਸੂ। ਕਿ ਇਹ ਰਾਜਨ ਇਹੋ ਜਿਹਾ ਇਹੋ ਜੀ ਤੇਜ ਚਾਲ ਪਹਿਲਾਂ ਨਹੀਂ ਕਦੀ ਵੇਖੀ। ਚੜਨ ਉਚਿਤ ਸੋ ਰਾਵਰ ਕੇਰੀ। ਇਹ ਤਾਂ ਤੁਹਾਡੇ ਚੜਨ ਦੇ ਯੋਗ ਹੈ। ਚੰਚਲਤਾ ਜਿਸ ਬੀਚ ਬਡੇਰੀ। ਜਿਸ ਦੇ ਵਿੱਚ ਬਹੁਤ ਹੀ ਚੰਚਲਤਾ ਹੈ। ਸੁਣ ਗੁਣ ਭੂਪ ਚੜਿਓ ਇੱਕ ਬੇਰਾ। ਇਹ ਗੱਲਾਂ ਸੁਣ ਕਰਕੇ ਇਹ ਘੋੜੀ ਦੇ ਗੁਣ ਸੁਣ ਕੇ ਰਾਜੇ ਦੇ ਮਨ ਵਿੱਚ ਵਿਚਾਰ ਆਈ ਔਰ ਘੋੜੀ ਉੱਪਰ ਸਵਾਰ ਹੋ ਗਿਆ ਇੱਕ ਵਾਰ। ਦੱਖਣ ਦਿਸ਼ ਕੋ ਗਇਓ ਅਖੇਰਾ। ਔਰ ਇਸੇ ਤਰ੍ਹਾਂ ਹੀ ਦੱਖਣ ਦਿਸ਼ਾ ਵੱਲ ਸ਼ਿਕਾਰ ਖੇਡਣ ਚੱਲ ਪਿਆ ਹੈ। ਨਿਕਸ ਚਲਿਓ ਇੱਕ ਮਿਰਗ ਅਗਾਰੀ। ਜਦੋਂ ਸ਼ਿਕਾਰ ਖੇਡਣ ਚੱਲਿਆ ਤੇ ਇਹਦੇ ਅੱਗੇ ਇੱਕ ਹਿਰਨ ਨਿਕਲਿਆ ਹੈ। ਦੇਖ ਤੁਰੰਗਣ ਪੀਛੇ ਡਾਰੀ। ਹਿਰਨ ਵੇਖ ਕਰਕੇ ਰਾਜੇ ਨੇ ਘੋੜੀ ਨੂੰ ਉਹਦੇ ਪਿੱਛੇ ਲਾਇਆ ਹੈ। ਪਟ ਇੱਕ ਸੰਗ ਪਹੁੰਚਿਓ ਨਾਹੀ। ਔਰ ਘੋੜੀ ਬਹੁਤ ਤੇਜ਼ ਚਾਲ ਵਾਲੀ ਸੀ। ਇੱਕ ਵੀ ਸੂਰਮਾ ਰਾਜੇ ਦੇ ਨਾਲ ਨਹੀਂ ਪਹੁੰਚਿਆ। ਗਮਣਿਓ ਵਿਪਨ ਗਹਿਨ ਕੇ ਮਾਹੀ। ਉਸ ਹਿਰਨ ਨੂੰ ਪਕੜਨ ਵਾਸਤੇ ਜੰਗਲ ਵਿੱਚ ਦੂਰ ਚਲਾ ਗਿਆ ਹੈ। ਮਾਰ ਮਿਰਗ ਕੋ ਸ਼ਰਮ ਭਾ ਭਾਰੀ। ਹਿਰਨ ਦਾ ਸ਼ਿਕਾਰ ਕਰ ਲਿਆ ਪਰ ਰਾਜਾ ਬਹੁਤ ਥੱਕ ਗਿਆ। ਬਿਆਸ ਬਖਾਨੀ ਦੀਨ ਬਿਸਾਰੀ। ਹੁਣ ਵਿਆਸ ਰਿਖੀ ਨੇ ਜੋ ਇਹਦੀ ਹੋਣਹਾਰ ਦੱਸੀ ਸੀ ਉਹ ਸਾਰੀ ਭੁੱਲ ਗਿਆ ਹੈ। ਸਰ ਤਟ ਸੋਇਓ ਪੀ ਕਰ ਪਾਣੀ। ਕਿਸੇ ਤਲਾਅ ਦੇ ਕਿਨਾਰੇ ਪਾਣੀ ਪੀ ਕਰਕੇ ਔਰ ਰੁੱਖ ਹੇਠਾਂ ਸੌਂ ਗਿਆ ਹੈ। ਨਿਕਟ ਤੁਰੰਗਣ ਬ੍ਰਿਖ ਬੰਧਾਨੀ। ਔਰ ਨੇੜੇ ਇੱਕ ਦਰਖਤ ਨਾਲ ਘੋੜੀ ਨੂੰ ਬੰਨ ਲਿਆ। ਸਰਵਰ ਤੇ ਤਬ ਨਿਕਸ ਤੁਰੰਗਾ। ਤਿਸ ਵੇਲੇ ਸੋ ਤਲਾਬ ਵਿੱਚੋਂ ਦਰਿਆਈ ਘੋੜਾ ਨਿਕਲਿਆ ਹੈ। ਮੈਥੁਨ ਕੀਨ ਬਾਜਨੀ ਸੰਗਾ। ਉਸ ਨੇ ਘੋੜੀ ਦੇ ਨਾਲ ਮਿਲਾਪ ਕੀਤਾ ਹੈ। ਬਹੁਰ ਪ੍ਰਵੇਸ਼ਿਓ ਜਲ ਕੇ ਮਾਹੀ। ਔਰ ਫੇਰ ਜਾ ਕਰਕੇ ਜਲ ਵਿੱਚ ਪ੍ਰਵੇਸ਼ ਹੋ ਗਿਆ। ਭੂਪਤ ਸੁਧ ਪਾਈ ਕੋ ਨਾਹੀ। ਪਰ ਇਸ ਗੱਲ ਦੀ ਰਾਜੇ ਨੂੰ ਕੋਈ ਖਬਰ ਨਾ ਹੋਈ। ਛੁੱਟੀ ਨੀਂਦ ਹੋਇ ਕਰ ਅਸਵਾਰਾ। ਜਦੋਂ ਰਾਜਾ ਨੀਂਦ ਤੋਂ ਉੱਠਿਆ ਹੈ ਘੋੜੀ ਤੇ ਸਵਾਰ ਹੋ ਕਰਕੇ ਆਣ ਪਹੁੰਚਿਓ ਆਪਣ ਅਗਾਰਾ। ਆਪਣੇ ਘਰ ਆ ਪਹੁੰਚਾ ਹੈ। ਧਾਰ ਗਰਭ ਦਿਨ ਦੀਨ ਬਸ਼ੇਰਾ। ਉਹ ਘੋੜੇ ਦਾ ਸੰਗ ਕਰਕੇ ਘੋੜੀ ਨੇ ਗਰਭ ਧਾਰਨ ਕੀਤਾ ਤੇ ਬਸ਼ੇਰਾ ਜਨਮਿਆ ਹੈ। ਸ਼ਾਮ ਕਰਨ ਤਨ ਰੁਚਿਰ ਕਨੇਰਾ। ਸੋ ਕਾਲੇ ਰੰਗ ਦੇ ਕੰਨ ਹਨ ਔਰ ਬਹੁਤ ਹੀ ਸੁੰਦਰ ਹੈ। ਜਗ ਉਚਿਤ ਅਸ ਮੂਰਤ ਕੀਨੀ। ਸੋ ਇਹੋ ਜੀ ਨੀਕੀ ਚੰਗੀ ਮੂਰਤੀ ਹੈ। ਇੰਨਾ ਸੁੰਦਰ ਹੈ ਕਿ ਮਨ ਨੂੰ ਸਾਰੇ ਕਹਿਣ ਲੱਗੇ ਕਿ ਯੱਗ ਕਰਨ ਦੇ ਯੋਗ ਹੈ। ਸਭ ਮਿਲਨ ਰਿਪ ਕੋ ਮਸਲਤ ਦੀਨੀ। ਸਾਰਿਆਂ ਨੇ ਇਕੱਠੇ ਹੋ ਕਰਕੇ ਰਾਜੇ ਨੂੰ ਇਹ ਸਲਾਹ ਦਿੱਤੀ ਹੈ। ਪਖ ਕੀ ਜੇ ਹੋਵੇ ਸੁਜਸ ਬਡੇਰਾ। ਇਹ ਰਾਜਨ ਯੱਗ ਕਰੋ ਤੁਹਾਡਾ ਸ੍ਰੇਸ਼ਟ ਸੁਜਸ ਹੋਵੇਗਾ। ਜਾਹੇ ਪੁੰਨ ਫਲ ਹੋਤ ਕਨੇਰੋ। ਯੱਗ ਕਰਨ ਦਾ ਬਹੁਤ ਭਾਰੀ ਪੁੰਨ ਫਲ ਹੁੰਦਾ ਹੈ। ਕਹੇ ਸਬਨ ਕੇ ਨਰਿਪ ਬਿਰਮਾਇਆ। ਸਾਰਿਆਂ ਦੇ ਕਹਿਣ ਕਰਕੇ ਰਾਜਾ ਇਹ ਭੁੱਲ ਗਿਆ ਹੈ। ਬਿਆਸ ਬਿਰਤੰਤ ਹਿਰਦੈ ਬਿਸਰਾਇਆ। ਬਿਆਸ ਰਿਖੀ ਦਾ ਕਿਆ ਹੋਇਆ ਸਾਰਾ ਹਿਰਦੇ ਤੋਂ ਭੁੱਲ ਗਿਆ। ਮਖ ਆਰੰਭ ਕੀਨੋ ਤਿਹ ਕਾਲਾ। ਔਰ ਸਾਰਾ ਕੁਝ ਵਿਸਾਰ ਕੇ ਇਸ ਨੇ ਯੱਗ ਆਰੰਭ ਕਰ ਦਿੱਤਾ। ਤਦੋਂ ਚੜ ਕੇ ਜੀਤੇ ਨਿਰਪਤ ਬਿਸਾਲਾ। ਚੜ ਕਰਕੇ ਚੜਾਈ ਕਰਕੇ ਸਾਰੇ ਰਾਜਿਆਂ ਨੂੰ ਜਿੱਤ ਲਿਆ। ਅਨਕ ਪ੍ਰਕਾਰ ਸਵਾਰ ਆਹਾਰਾ। ਔਰ ਯੱਗ ਦੇ ਵਿੱਚ ਅਨੇਕਾਂ ਪ੍ਰਕਾਰ ਦੇ ਭੋਜਨ ਤਿਆਰ ਕੀਤੇ ਆ। ਵਿਪਰ ਬੁਲਾਏ ਬਹੁਤ ਅਗਾਰਾ। ਆਪਣੇ ਘਰ ਬਹੁਤ ਸਾਰੇ ਬ੍ਰਾਹਮਣ ਬੁਲਾ ਕਰਕੇ ਗਮਨਿਓ ਦਾਨ ਦੇਨ ਕੇ ਹੇਤਾ। 18 ਗੋਤਾਂ ਦੇ ਬ੍ਰਾਹਮਣ ਬੁਲਾਏ ਸਨ ਔਰ ਸਾਰਿਆਂ ਨੂੰ ਦਾਨ ਦੇਣ ਵਾਸਤੇ ਇੱਕ ਪਟ ਮਹਿ ਪਟਰਾਣ ਸਮੇਤਾ। ਆਪਣੀ ਪਟਰਾਣੀ ਦੇ ਸਮੇਤ ਇਹ ਦਾਨ ਦੇਣ ਵਾਸਤੇ ਇੱਕ ਬਸਤਰ ਵਿੱਚ ਗਿਆ ਹੈ। ਵਿਪਰ ਬ੍ਰਿੰਦ ਕੇ ਬੀਚ ਪਹੁੰਚਾ। ਜਦੋਂ ਕਹਿੰਦੇ ਸਾਰੇ ਬ੍ਰਾਹਮਣਾਂ ਦੇ ਵਿੱਚ ਗਿਆ ਭਇਓ ਪੌਣ ਤੇ ਤੀਏ ਪਟ ਉੱਚਾ। ਤੇ ਇਸ ਸਮੇਂ
ਹਵਾ ਦੇ ਨਾਲ ਇਸਤਰੀ ਦਾ ਜੋ ਬਸਤਰ ਲਿਆ ਸੀ ਉਹ ਉੱਠਿਆ ਹੈ। ਦੇਹ ਛਿਨ ਬਿਖੈ ਬਿਲੋਕੇ ਅੰਗਾ। ਉਹ ਬਸਤਰ ਉੱਡਣ ਕਰਕੇ ਸੋ ਅੰਗ ਵੇਖ ਕਰਕੇ ਸਰਬ ਦਿਜਣ ਕੀ ਹਾਸ ਉਤੰਗਾ। ਉਹ ਜੋ ਬ੍ਰਾਹਮਣਾਂ ਦੇ ਲੜਕੇ ਸਨ ਉਹ ਹੱਸਣ ਲੱਗੇ ਉੱਚੀ। ਦੇਖ ਭੂਪ ਕ੍ਰੋਧਿਓ ਉਰ ਭਾਰਾ। ਇਹ ਵੇਖ ਕਰਕੇ ਰਾਜਾ ਬਹੁਤ ਗੁੱਸੇ ਵਿੱਚ ਆਇਆ ਹੈ। ਉਚਿਤ ਅਨੁਚਿਤ ਕਛੂ ਨਾ ਵਿਚਾਰਾ। ਇਸ ਸਮੇਂ ਰਾਜੇ ਨੇ ਯੋਗ ਅਯੋਗ ਕੁਝ ਨਾ ਵਿਚਾਰ ਕੀਤੀ। ਪਕਰੇ ਨਿਰਪਤ ਬਹੁਤ ਬਿਪਜਾਰੇ। ਔਰ ਫੜ ਕਰਕੇ ਬਹੁਤ ਸਾਰੇ ਬ੍ਰਾਹਮਣਾਂ ਨੂੰ ਸਾੜ ਦਿੱਤਾ ਹੈ। ਇੱਕ ਛਿਣ ਬਿਖੈ ਸਰਬ ਹਣ ਡਾਰੇ। ਛਿਣ ਮਾਤਰ ਵਿੱਚ ਹੀ ਸਾਰਿਆਂ ਨੂੰ ਮਾਰ ਸੁੱਟਿਆ ਹੈ। ਮਹਾ ਪਾਪ ਤੇ ਭਾ ਦੁਖ ਭਾਰੀ। ਇਸ ਤਰ੍ਹਾਂ ਬਹੁਤ ਵੱਡਾ ਇਹਨੇ ਪਾਪ ਕੀਤਾ, ਬੜਾ ਭਾਰੀ ਦੁੱਖ ਪ੍ਰਾਪਤ ਹੋਇਆ ਹੈ। ਬੜਿਓ ਕੁਸ਼ਟ ਤਿਹ ਦੇਹ ਮਝਾਰੀ। ਰਾਜੇ ਦੇ ਸਰੀਰ ਵਿੱਚ ਬਹੁਤ ਭਾਰੀ ਕੋੜ ਵੱਧ ਗਿਆ ਹੈ। ਆਣ ਬਿਆਸ ਮੋਹਰੋ ਸਮਝਾਇਓ। ਤਦੋਂ ਵਿਆਸ ऋषि ਨੇ ਆ ਕਰਕੇ ਸਮਝਾਇਆ ਹੈ। ਭਾਰਤ ਕੋ ਇਤਿਹਾਸ ਸੁਨਾਇਓ। ਔਰ ਭਾਰਤ ਦਾ ਜੋ ਮਹਾਭਾਰਤ ਦਾ ਇਤਿਹਾਸ ਸੁਣਾਉਣਾ ਕੀਤਾ। ਕਹਿਓ ਭੀਮ ਕੋ ਜਬ ਇਤਿਹਾਸਾ। ਸੋ ਮਹਾਭਾਰਤ ਸੁਣਾਉਂਦਿਆਂ ਹੋਇਆਂ ਕਹਿੰਦੇ ਜਿਸ ਵੇਲੇ ਭੀਮ ਸੈਨ ਦਾ ਗੰਧਰਵਾਂ ਦੇ ਨਾਲ ਯੁੱਧ ਹੋਇਆ ਉਹ ਇਤਿਹਾਸ ਆਇਆ ਹੈ। ਕਰੀ ਬਗਾਏ ਬੀਜ ਆਕਾਸ਼ਾ। ਜਿਸ ਪ੍ਰਸੰਗ ਦੇ ਵਿੱਚ ਭੀਮ ਸੈਨ ਨੇ 16,000 ਹਾਥੀ ਕਹਿੰਦੇ ਸੋ ਪੂਛੋਂ ਪਕੜ ਕੇ ਸੁੰਡ ਤੋਂ ਪਕੜ ਕਰਕੇ ਸੁੱਟੇ ਸਨ, ਆਕਾਸ਼ ਦੇ ਵਿੱਚ ਵਗਾ ਮਾਰੇ। ਸੋ ਅਬ ਲੋ ਉਪਰ ਪਰਮਾਈ। ਸੋ ਇਹ ਪ੍ਰਸੰਗ ਆਇਆ ਕਿ ਉਹ ਹਾਥੀ ਅਜੇ ਤੱਕ ਆਕਾਸ਼ ਵਿੱਚ ਭਰਮ ਰਹੇ ਹਨ। ਬਹੁਰ ਨਾ ਪਰੇ ਧਰਾ ਪਰ ਆਈ। ਦੁਬਾਰਾ ਆ ਕੇ ਧਰਤੀ ਤੇ ਨਹੀਂ ਡਿੱਗੇ। ਸੁਣ ਕੈ ਭੂਪ ਨਾ ਮਾਨੀ ਬਾਣੀ। ਜਦੋਂ ਇਹ ਗੱਲ ਸੁਣੀ ਤੇ ਰਾਜੇ ਜਨਮੇਜੇ ਨੇ ਨਾ ਕਰ ਦਿੱਤੀ, ਨੱਕ ਚੜਾਇਆ ਹੈ। ਨਾਕ ਐਂਠ ਬੈਠਿਓ ਬਿਨ ਜਾਨੀ। ਬਿਨਾਂ ਜਾਣੇ ਤੋਂ ਇਹਨੇ ਨੱਕ ਚੜਾਇਆ ਹੈ। ਮੰਤਰ ਸ਼ਕਤ ਤੇ ਬਿਆਸ ਉਤਾਰੇ। ਇਸ ਵੇਲੇ ਵਿਆਸ ऋषि ਨੇ ਆਪਣੇ ਮੰਤਰਾਂ ਦੀ ਸ਼ਕਤੀ ਦੇ ਨਾਲ ਉਹ ਹਾਥੀਆਂ ਦੇ ਕਰੰਗ ਉਤਾਰੇ ਹਨ। ਸਭਾ ਮਝਾਰੀ ਸਭਨ ਦਿਖਾਰੇ। ਔਰ ਸਭਾ ਦੇ ਵਿੱਚ ਸਾਰਿਆਂ ਨੂੰ ਵਿਖਾਏ। ਕੁਸ਼ਟ ਨਾਕ ਮਹਿ ਰਹਿਓ ਤਦਾਈ। ਜੋ ਨਾ ਕਰਨ ਕਰਕੇ ਨੱਕ ਚੜਾਉਣ ਕਰਕੇ ਕਹਿੰਦੇ ਨੱਕ ਦੇ ਵਿੱਚ ਕੋੜ ਰਹਿ ਗਿਆ ਹੈ। ਰੋਇਓ ਜਨਮੇ ਜਾ ਦੁਖ ਪਾਈ। ਇਹ ਕੋੜ ਰਹਿਣ ਕਰਕੇ ਰਾਜਾ ਜਨਮੇਜਾ ਰੋਇਆ, ਬੜਾ ਦੁੱਖ ਪਾਇਆ ਹੈ। ਇਸ ਤੇ ਛੂਟ ਗਏ ਤਨ ਪ੍ਰਾਣ। ਔਰ ਇਸੇ ਕੋੜ ਕਰਕੇ ਇਹਦੇ ਪ੍ਰਾਣ ਛੁੱਟ ਗਏ, ਸਰੀਰ ਨਾਸ ਹੋ ਗਿਆ। ਕੀਨੋ ਤਬੈਲ ਪਰਲੋਕ ਪਿਆਨਾ। ਤਾਂ ਪਰਲੋਕ ਨੂੰ ਜਾਣਾ ਕੀਤਾ ਹੈ। ਇਸ ਜਗ ਮਹਿ ਆਨੰਦਤ ਗਿਆਨੀ। ਸੋ ਸੁਣਾ ਰਹੇ ਹਨ ਗਰੀਬ ਨਵਾਜ ਕਿ ਇਹ ਸੰਸਾਰ ਦੇ ਵਿੱਚ ਆਨੰਦ ਤੇ ਸਹਿਤ ਸੁਖ ਦੇ ਸਹਿਤ ਗਿਆਨਵਾਨ ਹੀ ਹਨ। ਅਪਰ ਸ੍ਰਿਸ਼ਟ ਸਭ ਦੁਖੀ ਮਹਾਨੀ। ਹੋਰ ਸਾਰੀ ਸ੍ਰਿਸ਼ਟੀ ਬਹੁਤ ਭਾਰੀ ਦੁੱਖ ਦੇ ਸਹਿਤ ਹੈ। ਭਾਵੇਂ ਕੋਈ ਦੁਨਿਆਵੀ ਮਾਇਆ ਧਾਰੀ ਹੈ, ਭਾਵੇਂ ਸਰੀਰ ਅਰੋਗ ਹੈ ਜਾਂ ਹੋਰ ਦੁਨੀਆ ਦੇ ਸੁੱਖ ਪ੍ਰਾਪਤ ਹਨ, ਭਾਵੇਂ ਸਾਰੀ ਸ੍ਰਿਸ਼ਟੀ ਦਾ ਰਾਜਾ ਕਿਉਂ ਨਾ ਹੋ ਜਾਵੇ, ਪਰਮੇਸ਼ਰ ਦੇ ਨਾਮ ਜਪਣ ਤੋਂ ਬਿਨਾ ਔਰ ਬ੍ਰਹਮ ਗਿਆਨ ਤੋਂ ਬਿਨਾ ਸਾਰੇ ਰੋਂਦੇ ਹੀ ਗਏ ਹਨ। ਪੀਰ ਜੇ ਸ਼ੇਖ ਮਸ਼ਾਇਕ ਗਿਆਨੀ। ਭਾਵੇਂ ਚੁੰਚ ਗਿਆਨੀ ਹਨ, ਪੀਰ ਹਨ, ਸ਼ੇਖ ਹਨ ਔਰ ਮਿਹਨਤਾਂ ਕਰਨ ਵਾਲੇ। ਡਰਤ ਕਾਲ ਤੇ ਰੋਵਹਿ ਤੇਤੇ। ਸਾਰੇ ਕਾਲ ਦੇ ਭੈ ਤੋਂ ਡਰਦੇ ਰੋਂਦੇ ਹਨ। ਦੋਹਰਾ ਗੋਪੀ ਚੰਦ ਨ੍ਰਿਪ ਭਰਥਰੀ। ਰੋਵੇ ਕੰਨ ਪੜਾਏ। ਵੇਖੋ ਜੋਗੀ ਬਣ ਕੇ ਰਾਜੇ ਜੋ ਹਨ ਗੋਪੀ ਚੰਦ ਭਰਤਰੀ ਆਦਿਕ ਕੰਨ ਪੜਾ ਕਰਕੇ ਰੋਂਦੇ ਗਏ। ਘਰ ਤਜ ਬਾਹਰ ਨਿਕਸ ਕੈ ਪੁਨ ਘਰ ਮੰਗਣ ਜਾਏ। ਵੇਖੋ ਘਰ ਨੂੰ ਛੱਡ ਦਿੱਤਾ ਤਰਕ ਕਰਕੇ, ਬਾਹਰ ਨਿਕਲ ਗਏ, ਫਿਰ ਉਹਨਾਂ ਘਰਾਂ ਵਿੱਚ ਆ ਕਰਕੇ ਮੰਗਦੇ ਹਨ। ਚੌਪਈ ਬਹੁਤ ਯਤਨ ਕਰ ਦਰਬ ਕਮਾਇਓ।
ਬਹੁਤੇ ਯਤਨ ਕਰਕੇ ਜਿਨ੍ਹਾਂ ਨੇ ਧਨ ਇਕੱਠਾ ਕੀਤਾ, ਰੋਵਹਿ ਕਿਰਪਨ ਜਾਏ ਗਵਾਇਓ। ਜਦੋਂ ਉਹ ਕੰਜੂਸਾਂ ਦਾ ਧਨ ਗਵਾਚ ਜਾਏ ਤਾਂ ਉਹ ਵੀ ਰੋਂਦੇ ਹਨ। ਪੰਡਤ ਉਜਰਹਿ ਮੁਖ ਤੇ ਗਿਆਨਾ, ਪੰਡਤ ਜਿਹੜੇ ਮੁਖ ਤੋਂ ਗਿਆਨ ਉਚਾਰਦੇ ਆ, ਨਹੀਂ ਕਮਾਵਹਿ ਜਿਉ ਅਗਿਆਨਾ। ਪਰ ਉਸ ਗਿਆਨ ਦੀ ਕਮਾਈ ਨਹੀਂ ਕਰਦੇ, ਅਗਿਆਨੀਆਂ ਦੇ ਵਾਂਗ ਰਹਿੰਦੇ ਆ। ਅੰਤ ਕਾਲ ਜਮ ਕੇ ਬਸ ਹੋਏ, ਉਹ ਵੀ ਅੰਤ ਵੇਲੇ ਜਮਾਂ ਦੇ ਵਸ ਪੈਂਦੇ ਹਨ। ਦੁਖ ਪਾਵਹਿ ਰੋਵਹਿ ਤਬ ਸੋਏ, ਤਦੋਂ ਦੁੱਖ ਪ੍ਰਾਪਤ ਕਰਕੇ ਬਹੁਤ ਭਾਰੀ ਰੋਂਦੇ ਹਨ। ਭਰਤਾ ਮਿਰਤ ਭਏ ਤੇ ਨਾਰੀ, ਪਤੀ ਚੜਾਈ ਕਰਨ ਤੋਂ ਇਸਤਰੀ ਘਰ ਵਾਲੀ ਰੋਂਦੀ ਹੈ। ਰੋਵਹਿ ਸੇ ਗੁਣ ਕਰਤ ਉਚਾਰੀ, ਉਹ ਆਪਣੇ ਪਤੀ ਦੇ ਗੁਣ ਉਚਾਰਨ ਕਰਕੇ ਰੋਂਦੀ ਹੈ। ਸ੍ਰੀ ਗੁਰ ਕਹੇ ਮਰਦਾਨਾ ਸੁਣੀਏ, ਸੋ ਭਾਈ ਮਰਦਾਨਾ ਜੀ ਸੁਣਨਾ ਕਰੋ, ਸਤਿਗੁਰੂ ਜੀ ਫਰਮਾਉਂਦੇ ਹਨ। ਸਭ ਸੰਸਾਰ ਦੁਖੀ ਹੀ ਗੁਣੀਏ, ਇਹ ਸਾਰਾ ਸੰਸਾਰ ਦੁਖੀ ਹੀ ਹੈ ਵਿਚਾਰੋ। ਫਸੇ ਮੋਹ ਮਹਿ ਰਹਿਤ ਦੁਖਾਰੇ, ਉਹ ਮੋਹ ਦੇ ਵਿੱਚ, ਸਰੀਰਾਂ ਦੇ ਮੋਹ ਵਿੱਚ, ਸੰਬੰਧੀਆਂ ਦੇ ਮੋਹ ਦੇ ਵਿੱਚ ਫਸੇ ਹੋਏ ਦੁਖੀ ਰਹਿੰਦੇ ਹਨ। ਜਗਤ ਉਦਦ ਕੋ ਪਾਏ ਨਾ ਪਾਰੇ, ਇਹ ਸੰਸਾਰ ਰੂਪੀ ਸਮੁੰਦਰ ਦਾ ਪਾਰ ਨਹੀਂ ਪ੍ਰਾਪਤ ਕਰਦੇ। ਦੋਹਰਾ ਵਾਹਿਗੁਰੂ ਸਤਨਾਮ ਜੋ ਮੰਨੈ ਸੋ ਜਿਣ ਜਾਏ। ਸਤਨਾਮ ਵਾਹਿਗੁਰੂ ਜੋ ਮੰਤਰ ਹੈ, ਜੋ ਵਾਹਿਗੁਰੂ ਨਾਮ ਮੰਤਰ ਨੂੰ ਮੰਨੇਗਾ ਉਹ ਸੰਸਾਰ ਵਿੱਚ ਜਨਮ ਪਦਾਰਥ ਨੂੰ ਜਿੱਤ ਜਾਏਗਾ। ਔਰ ਕਰਮ ਲਿਖੈ ਬਿਖੈ ਨਹਿ ਕੋ ਛੁਟਨ ਉਪਾਏ, ਹੋਰ ਕੋਈ ਵੀ ਯਤਨ ਨਹੀਂ ਹੈ ਲੇਖੇ ਵਿੱਚ ਛੁੱਟਣ ਦੇ। ਜਿੰਨੇ ਵੀ ਯਤਨ ਆ ਨਾ ਕੋਈ ਜੀਵ ਕਰਦਾ ਉਹ ਲੇਖੇ ਵਿੱਚ ਨਹੀਂ ਲੱਗਦੇ। ਚੌਪਈ ਹਿਰਦੈ ਸੁਧ ਸੇਵਹਿ ਸ੍ਰੀ ਨਾਮੋ, ਇਸ ਕਰਕੇ ਜੋ ਹਿਰਦਾ ਸ਼ੁੱਧ ਕਰਕੇ ਪਰਮੇਸ਼ਰ ਜੀ ਦਾ ਨਾਮ ਜਪਦੇ ਹਨ, ਨਹਿ ਤਿਨ ਕੋ ਲੇਖੈ ਸੋ ਕਾਮੋ, ਉਹਨਾਂ ਦਾ ਕੋਈ ਵੀ ਲੇਖੇ ਦਾ ਕੰਮ ਨਹੀਂ ਰਹਿ ਜਾਂਦਾ। ਭਾਵ ਉਹਨਾਂ ਦਾ ਕੋਈ ਹਿਸਾਬ ਕਿਤਾਬ ਬਾਕੀ ਨਹੀਂ ਰਹਿੰਦਾ। ਧਰਮ ਰਾਏ ਕੋ ਕਾਗਦ ਫਾਰੈ, ਉਹਨਾਂ ਦੇ ਗੁਰੂ ਕੇ ਪਿਆਰਿਓ ਧਰਮ ਰਾਜੇ ਦੀ ਦਰਗਾਹ ਦੇ ਜਿਹੜੇ ਵੀ ਚਿੱਤਰਗੁਪਤ ਨੇ ਕਾਗਜ਼ ਲਿਖੇ ਆ ਨਾ ਉਹ ਸਾਰੇ ਪਾੜ ਦਿੰਦੇ ਹਨ। ਜਾਵਤ ਪੰਥ ਨ ਕੋ ਅਟਕਾਰੈ, ਔਰ ਪਰਲੋਕ ਦੇ ਰਸਤੇ ਵਿੱਚ ਜਾਂਦਿਆਂ ਕੋਈ ਵੀ ਉਹਨਾਂ ਨੂੰ ਰੁਕਾਵਟ ਨਹੀਂ ਪੈਂਦੀ। ਇਸੀ ਪ੍ਰਕਾਰ ਸਾਰ ਸੁਣ ਕਰਕੇ, ਇਸ ਪ੍ਰਕਾਰ ਇਹ ਸਾਰਾ ਸਾਰ ਸਿਧਾਂਤ ਸੁਣ ਕਰਕੇ ਰਹਿਓ ਸ਼ਾਹੋ ਪਗ ਪਰ ਸਿਰ ਧਰ ਕੇ, ਧੰਨ ਗੁਰੂ ਗਰੀਬ ਨਵਾਜ ਜੀ ਦੇ ਚਰਨਾਂ ਕਮਲਾਂ ਤੇ ਸਿਰ ਰੱਖ ਕੇ ਟਿਕਿਆ ਹੈ। ਤੁਮਰੇ ਬਚ ਸਾਬੁਣ ਸਮ ਸਰਹੀ, ਔਰ ਸਤਿਗੁਰੂ ਜੀ ਦੇ ਚਰਨਾਂ 'ਚ ਬੇਨਤੀ ਕਰਨ ਲੱਗਾ, ਮਹਾਰਾਜ ਆਪ ਜੀ ਦੇ ਬਚਨ ਤਾਂ ਸਾਬਣ ਦੇ ਵਰਗੇ ਹਨ। ਮਨ ਮਲੀਨ ਪਟ ਉਜਲ ਕਰਹੀ, ਇਹ ਮਨ ਰੂਪੀ ਮੈਲੇ ਕੱਪੜੇ ਨੂੰ ਉਜਲ ਕਰ ਦਿੱਤਾ ਹੈ। ਚਲੋ ਅਬੈ ਮਮ ਸਦਨ ਬਚਿਤਰਾ, ਹੁਣ ਕਿਰਪਾ ਕਰੋ ਆਪ ਜੀ ਮੇਰੇ ਸੁੰਦਰ ਘਰ ਵਿੱਚ ਚੱਲੋ। ਪਾਏ ਪਾਏ ਕਹਿ ਕਰਹੁ ਪਵਿੱਤਰਾ, ਆਪਣੇ ਮੁਬਾਰਕ ਚਰਨ ਪਾ ਕਰਕੇ ਮੇਰੇ ਘਰ ਨੂੰ ਪਵਿੱਤਰ ਕਰ ਦਿਓ। ਬੜੇ ਭਾਗ ਜਾ ਕੇ ਤੁਮ ਆਏ, ਮੇਰੇ ਵੱਡੇ ਭਾਗ ਜਾਗੇ ਆਪ ਜੀ ਆਏ ਹੋ। ਸਰਬ ਸਾਰ ਕੇ ਬਚਨ ਸੁਨਾਏ, ਸਾਰੇ ਆਪ ਜੀ ਨੇ ਸ੍ਰੇਸ਼ਟ ਬਚਨ ਸੁਣਾਏ ਹਨ। ਸੁਣ ਕਰ ਬਿਨੈ ਪ੍ਰਭੂ ਸੁਖਕਾਰੀ, ਸੁਖ ਦਾਤੇ ਪ੍ਰਭੂ ਸਤਿਗੁਰੂ ਜੀ ਇਹਦੀਆਂ ਬੇਨਤੀਆਂ ਸੁਣ ਕਰਕੇ ਕਮਨੇ ਤਾਂ ਕੇ ਸਦਨ ਮਝਾਰੀ, ਸ਼ਾਹੂਕਾਰ ਦੇ ਘਰ ਵਿੱਚ ਗਏ ਹਨ। ਇਹਦੇ ਨਾਲ ਜਹਾਂ ਸਤਲ ਥੋ ਅਦਕ ਸੁਹਾਵਨ, ਜਿੱਥੇ ਬਹੁਤ ਹੀ ਸੁੰਦਰ ਸਥਾਨ ਸੀ ਤਹ ਇੱਕ ਕੀਨ ਪ੍ਰਿਅੰਕ ਡਸਾਵਨ, ਉੱਥੇ ਇੱਕ ਪਲੰਘਾ ਡਾਉਣਾ ਕੀਤਾ ਹੈ। ਬੈਠਾਰੇ ਕਰ ਭਾਓ ਵਿਸਾਲਾ, ਔਰ ਬਹੁਤਾ ਹੀ ਪ੍ਰੇਮ ਕਰਕੇ ਸਤਿਗੁਰੂ ਜੀ ਨੂੰ ਉੱਥੇ ਬੈਠਾਇਆ ਹੈ। ਬਹੁਰ ਪਾਏ ਪਾਈ ਨਿਜ ਬਾਲਾ, ਔਰ ਫਿਰ ਲਿਆ ਕਰਕੇ ਸਤਿਗੁਰੂ ਜੀ ਦੇ ਚਰਨਾਂ ਤੇ ਆਪਣੀ ਘਰਵਾਲੀ ਨੂੰ ਪਾਇਆ ਹੈ। ਦੇਹ ਕੋ ਸ਼ਾਂਤ ਦੇਨ ਕੇ ਹੇਤਾ, ਉਸ ਇਸਤਰੀ ਨੂੰ ਸ਼ਾਂਤੀ ਦੇਣ ਵਾਸਤੇ ਬੋਲੇ ਸ੍ਰੀ ਬੇਦੀ ਕੁਲ ਕੇਤਾ, ਬੇਦੀ ਕੁਲ ਦੇ ਨਿਸ਼ਾਨ ਸਰੂਪ ਸਤਿਗੁਰੂ ਜੀ ਬਚਨ ਕਰਨ ਲੱਗੇ। ਅਬਲ ਪਿੰਗ ਕੋਰੀ ਪਤ ਹੋਈ, ਮਹਾਰਾਜ ਜੀ ਨੇ ਫਰਮਾਇਆ ਕਿ ਜੇ ਕੋਈ ਪਿੰਗਲਾ
ਔਰ ਬਲ ਤੋਂ ਹੀਣਾ, ਔਰ ਭਾਵੇਂ ਕੋੜੀ ਵੀ ਪਤੀ ਹੋਵੇ, ਪ੍ਰਭੂ ਸਮਾਨ ਲਖੈ ਤੇ ਜੋਈ। ਉਸ ਨੂੰ ਜੋ ਇਸਤਰੀ ਆਪਣਾ ਪਤੀ ਸਮਾਨ, ਪਰਮੇਸ਼ਰ ਸਮਾਨ ਪਤੀ ਨੂੰ ਜਾਣਦੀ ਹੈ, ਸਰਬ ਭਾਂਤ ਕੀ ਸੇਵਾ ਕਰਹੀ। ਔਰ ਸਾਰੇ ਪ੍ਰਕਾਰ ਦੇ ਨਾਲ ਜੋ ਸੇਵਾ ਕਰਦੀ ਹੈ, ਪਰ ਪੁਰਖਣ ਰਤ ਉਰ ਨਹਿ ਧਰਹੀ। ਔਰ ਪਰਾਏ ਪੁਰਖਾਂ ਦੇ ਨਾਲ ਆਪਣੇ ਹਿਰਦੇ 'ਚ ਪ੍ਰੇਮ ਨਹੀਂ ਕਰਦੀ। ਪਤ ਕੇ ਹੱਥ ਹੋਇ ਤਿਆਗੈ ਪ੍ਰਾਨਾ। ਪਤੀ ਦੇ ਸਰੀਰ ਛੱਡਣ ਤੋਂ ਆਪਣਾ ਪ੍ਰਾਣ ਤਿਆਗ ਦੇ। ਰੰਚ ਸਮਾਨ ਨ ਤਨ ਪਹਿਚਾਨਾ। ਰੰਚ ਮਾਤਰ ਵੀ ਸਰੀਰ ਦਾ ਮੋਹ ਨਾ ਕਰੇ। ਇਹੋ ਜੀ ਜੋ ਬੀਬੀ ਹੈ, ਕਹੋ ਨਾਨਕ ਜਿਨ ਪ੍ਰਿਓ ਪਰਮੇਸ਼ਰ ਕਰ ਜਾਣਿਆ, ਧਨ ਸਤੀ ਦਰਗਹਿ ਪਰਵਾਨਿਆ। ਚਾਹੇ ਸੁਰਗ ਸੁਖ ਪਾਹੇ ਬਡੇਰੇ। ਸਤਿਗੁਰੂ ਜੀ ਦੀ ਅੰਮ੍ਰਿਤ ਬਾਣੀ ਦਾ ਫਰਮਾਨ ਹੈ, ਉਹ ਬੀਬੀ ਸੋ ਸਵਰਗਾਂ ਵਿੱਚ ਵਾਸਾ ਕਰਦੀ ਹੈ, ਪਰਲੋਕ ਵਿੱਚ ਪਰਮੇਸ਼ਰ ਦੀ ਦਰਗਾਹ ਵਿੱਚ ਪ੍ਰਵਾਨ ਹੁੰਦੀ ਹੈ। ਦੰਪਤ ਬਿਲਸਹਿ ਬਰਖ ਕਣੇਰੇ। ਸੋ ਗ੍ਰੰਥਾਂ ਵਿੱਚ, ਧਾਰਮਿਕ ਗ੍ਰੰਥਾਂ ਵਿੱਚ ਵੀ ਲਿਖਿਆ ਹੈ ਕਿ ਜੋ ਸਤੀ ਸਤ ਰੱਖਦੀ ਹੈ, ਉਹ ਸਵਰਗਾਂ ਦੇ ਵਿੱਚ ਵਾਸਾ ਪਾਉਂਦੀ ਹੈ, ਆਪਣੇ ਪਤੀ ਦੇ ਸਮੇਤ ਉੱਥੇ ਬਹੁਤ ਵਰੇ ਸਵਰਗਾਂ ਵਿੱਚ ਆਨੰਦ ਮਾਣਦੀ ਹੈ। ਹਰ ਨਾਰੀ ਜੇ ਨਿਜ ਪਤ ਤਿਆਗੀ। ਔਰ ਜੋ ਇਸਤਰੀ ਆਪਣੇ ਪਤੀ ਦਾ ਤਿਆਗ ਕਰਦੀ ਹੈ, ਪਰ ਪੁਰਖਣ ਪਿਖ ਕੈ ਅਨੁਰਾਗੀ। ਪਰਾਏ ਪੁਰਖਾਂ ਨੂੰ ਵੇਖ ਕਰਕੇ ਮਨ ਵਿੱਚ ਉਹਨਾਂ ਨਾਲ ਪ੍ਰੇਮ ਕਰਦੀ ਹੈ। ਹੋਇ ਕੈ ਨਿਡਰ ਤਜੀ ਜਗ ਬਰੀੜਾ।